ਹਰਪ੍ਰੀਤ ਮਾਈ ਨੇ 2 ਰਿਕਾਰਡਿੰਗਾਂ ਕਰਕੇ ਮੈਨੂੰ ਭੇਜੀਆਂ ਹਨ, ਜਿਨ੍ਹਾਂ ਵਿੱਚ 2 ਸਥਿਤੀਆਂ ਮਨ ਦੀਆਂ ਬਿਆਨ ਕੀਤੀਆਂ ਹੋਈਆਂ ਹਨ। ਮੈਂ ਗਰੁੱਪਾਂ ਦੇ ਵਿੱਚ ਪਾ ਦਿੰਦਾ ਹਾਂ। ਪਹਿਲਾਂ ਗੌਰ ਦੇ ਨਾਲ ਸੁਣਿਓ, ਫਿਰ ਧਿਆਨ ਦੁਆਰਾ ਸਮਝਿਓ ਕਿ ਇਹ ਹਰ ਉਸ ਸਾਧਕ ਦੀ ਸਥਿਤੀ ਹੈ ਜਿਹੜਾ ਚੱਲ ਰਿਹਾ ਹੈ। ਪਹਿਲੀ ਰਿਕਾਰਡਿੰਗ ਦੇ ਅੰਦਰ ਜੋ ਕਿਹਾ ਹੈ ਨਾ, ਉਹ ਮਨ ਦੀ ਵਾਸਤਵਿਕ ਸਥਿਤੀ ਹੈ। ਰਿਕਾਰਡਿੰਗ ਦੇ ਅੰਦਰ ਕਹਿ ਰਹੀ ਹੈ ਕਿ ਮੈਂ ਤੁਹਾਡੀ ਰਿਕਾਰਡਿੰਗ ਸੁਣ ਰਹੀ ਸੀ ਸਵੇਰੇ 4 ਵਜੇ। ਕਹਿੰਦੇ ਮੈਨੂੰ ਮਹਿਸੂਸ ਹੋਇਆ ਕਿ ਪਰਮਾਤਮਾ ਕਹਿ ਰਿਹਾ ਹੈ, ਤੈਨੂੰ ਗੁਰੂ ਦੇਤਾ ਹੈ, ਤੂੰ ਉਹਦੀ ਉਂਗਲ ਫੜ ਲੈ। ਇਹ ਵਾਸਤਵਿਕ ਮਨ ਬੋਲਿਆ, ਭਾਵ ਕਿ ਇਹਦਾ ਆਪਣਾ ਆਪਾ ਬੋਲਿਆ, ਕਿ ਸਹਿਜ ਸ਼ਾਂਤਮਈ ਮਾਹੌਲ ਦੇ ਵਿੱਚ ਸੁਣ ਰਹੇ ਸੀ। ਸੁਣਦਿਆਂ ਸੁਣਦਿਆਂ ਇਹਦਾ ਧਿਆਨ ਲੱਗ ਗਿਆ। ਸੋਚ ਨਹੀਂ ਸੀ ਨਾ ਰਹੀ। ਜਿਹੜਾ ਮਨ ਸੋਚ ਸੋਚ ਕੇ ਕੁਛ ਨਿਰਣੈ ਲੈਂਦਾ ਹੈ ਨਾ, ਉਹ ਨਿਰਣੈ ਮਨ ਦਾ ਆਪਣਾ ਹੈ। ਜਿਵੇਂ ਹੇਠਲੀ ਰਿਕਾਰਡਿੰਗ ਦੇ ਵਿੱਚ ਜਿਹੜਾ ਮਨ ਬੋਲਿਆ ਹੈ, ਉਹ ਹੀ ਮਨ ਇਹਦਾ ਆਪਣਾ ਹੈ। ਥੋੜ੍ਹਾ ਜਿਹਾ ਖਿਆਲ ਕਰਿਓ ਵੀ ਜਿਹੜਾ ਤੇ ਅੰਮ੍ਰਿਤ ਵੇਲੇ ਬੋਲਿਆ ਸੀ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਉਹ ਵਾਸਤਵਿਕ ਸੀ, ਕਿਉਂਕਿ ਵਿਚਾਰ ਕੇ ਨਹੀਂ, ਸੋਚ ਕੇ ਨਹੀਂ ਸੀ ਬੋਲਿਆ। ਸਹਿਜ ਸੁਭਾਏ ਅੰਦਰੋਂ ਆਵਾਜ਼ ਆਈ ਸੀ, ਬੋਲਿਆ ਤੇ ਉਹ ਹੀ ਸੀ, ਪਰ ਬੋਲਿਆ ਸਹਿਜ ਸੁਭਾਏ ਨਾ, ਸੋਚ ਕੇ ਨਹੀਂ। ਫਿਰ ਜਦੋਂ ਸਵੇਰੇ ਦਿਨੇ ਇਸ ਗੱਲ ਦਾ ਖਿਆਲ ਕੀਤਾ ਵੀ ਗੱਲ ਤੇ ਠੀਕ ਹੈ, ਫਿਰ ਮਨ ਸੋਚਾਂ 'ਚ ਪੈ ਗਿਆ ਵੀ ਗੁਰੂ ਦੀ ਉਂਗਲ ਫੜਨੀ ਹੈ, ਤੇ ਫੜਨੀ ਕਿਵੇਂ ਹੈ? ਕੋਈ ਬਾਹਰ ਉਂਗਲ ਥੋੜ੍ਹੀ ਫੜਨੀ ਹੈ। ਗੁਰੂ ਦੀ ਬਾਹਰਲੀ ਉਂਗਲ ਹੈ ਵੀ ਨਹੀਂ। ਗੁਰੂ ਦੀ ਉਂਗਲ ਅੰਦਰਲੀ ਹੈ, ਤੇ ਅੰਦਰਲੀ ਉਂਗਲ ਫੜਨੀ ਹੈ ਤੇ ਪ੍ਰੇਮ ਭਾਵਨਾ ਸ਼ਰਧਾ ਦੁਆਰਾ ਫੜੀ ਜਾਵੇ। ਫਿਰ ਮੇਰੇ 'ਚ ਇੰਨਾ ਪ੍ਰੇਮ ਤੇ ਹੈ ਨਹੀਂ, ਸ਼ਰਧਾ ਭਾਵਨਾ ਨਹੀਂ ਹੈ, ਤੇ ਮੈਂ ਉਂਗਲ ਕਿਵੇਂ ਫੜੂੰਗੀ? ਦੇਖੋ, ਸਵੇਰੇ ਇਹ ਮਨ ਵਿਚਾਰਾਂ 'ਚ ਪੈ ਗਿਆ, ਸੋਚਾਂ 'ਚ ਪੈ ਗਿਆ। ਫਿਰ ਜਿਹੜਾ ਇਹ ਮਨ ਸੋਚ ਵਿਚਾਰ 'ਚ ਪਿਆ ਹੋਇਆ ਹੈ ਨਾ, ਇਹ ਪਿਆ ਹੀ ਤਦੇ ਹੈ ਕਿ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਪਹਿਲਾਂ ਤਾਂ ਨਹੀਂ ਆਵੇਗੀ ਤੁਹਾਨੂੰ ਖਿਆਲ ਵਿੱਚ। ਜਦੋਂ ਮਨ ਮਿਟੇਗਾ ਨਾ, ਉਦੋਂ ਪਤਾ ਲੱਗੇਗਾ ਵੀ ਮਨ ਹੀ ਮਨ ਨੂੰ ਬਚਾਉਂਦਾ ਹੈ। ਮਨ ਮਿਟਣਾ ਵੀ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਬਚਾਉਂਦਾ ਵੀ ਹੈ, ਤੇ ਬਚਾਉਣ ਦੇ ਉਹ ਨਵੇਂ ਬਹਾਨੇ ਲੱਭਦਾ ਹੈ, ਨਵੇਂ ਪ੍ਰਮਾਣ ਘੜਦਾ ਹੈ। ਹੁਣ ਜਿਵੇਂ ਇਹ ਦੂਸਰੀ ਰਿਕਾਰਡਿੰਗ ਵਿੱਚ ਕਹਿ ਰਹੀ ਹੈ, ਇਹ ਵੀ ਬਹੁਤ ਸਮਝਣ ਯੋਗ ਹੈ
ਵੀ ਭੁੱਖ ਆਪੇ ਲੱਗਦੀ ਹੈ, ਪਿਆਸ ਆਪੇ ਲੱਗਦੀ ਹੈ, ਨੀਂਦ ਆਪੇ ਆਉਂਦੀ ਹੈ। ਇਹਦੇ ਵਾਸਤੇ ਸਾਨੂੰ ਕੁਛ ਕਰਨਾ ਨਹੀਂ ਪੈਂਦਾ। ਠੀਕ ਵੀ ਹੈ, ਨੈਚੁਰਲ ਹੈ, ਸਾਰਿਆਂ ਨੂੰ ਆਪਣੇ ਆਪ ਹੀ ਆਉਂਦੀ ਹੈ। ਭੁੱਖ ਵੀ ਆਪਣੇ ਆਪ ਹੀ ਲੱਗਦੀ ਹੈ, ਪਰ ਮਨ ਨੇ ਇੱਕ ਪਹਿਲੂ ਤੇ ਸੋਚ ਲਿਆ ਹੈ, ਪਰ ਇਹਦਾ ਦੂਸਰਾ ਪਹਿਲੂ ਖਿਆਲ ਵਿੱਚ ਨਹੀਂ ਨਾ ਆਇਆ ਹੈ ਇਸ ਮਨ ਵੀ ਭੁੱਖ ਨੂੰ ਮਾਰ ਸਕਦੇ ਹੋ ਤੁਸੀਂ। ਅਰਲ ਗਰਲ ਕੁਛ ਇੱਧਰ ਉੱਧਰ ਦਾ ਖਾਈ ਜਾਓ, ਜਿਹੜਾ ਤੁਹਾਡੇ ਮਿਹਦੇ ਨੂੰ ਮਾਫਕ ਨਹੀਂ ਹੈ ਤੇ ਮਿਹਦਾ ਖਰਾਬ ਹੋ ਜਾਵੇਗਾ। ਤੇ ਬਹੁਤਿਆਂ ਦੇ ਖਰਾਬ ਹੋਏ ਹਨ ਤੇ ਹੋ ਰਹੇ ਹਨ। ਤੇ ਮਿਹਦਾ ਖਰਾਬ ਹੋ ਜਾਵੇ ਤੇ ਭੁੱਖ ਵੀ ਨਹੀਂ ਲੱਗਦੀ ਹੈ, ਪਿਆਸ ਵੀ ਨਹੀਂ ਲੱਗਦੀ ਹੈ, ਨੀਂਦ ਵੀ ਨਹੀਂ ਆਉਂਦੀ ਹੈ। ਮਿਹਦਾ ਖਰਾਬ ਹੋਵੇ, ਮਨ ਦਾ ਵਿਚਾਰ ਚੱਲਦੇ ਹੋਣ ਲਗਾਤਾਰ, ਤੇ ਨੀਂਦ ਕਿੱਥੇ ਆਉਂਦੀ ਹੈ? ਮਨ ਦਾ ਮਿਹਦਾ ਖਰਾਬ। ਹੁਣ ਤੁਸੀਂ ਖਿਆਲ ਕਰੋ, ਸਰੀਰ ਦਾ ਮਿਹਦਾ ਖਰਾਬ ਹੁੰਦਾ ਹੈ, ਜੋ ਸਰੀਰ ਨੂੰ ਉਪਯੋਗੀ ਨਹੀਂ ਹੈ, ਮਿਹਦੇ ਨੂੰ ਉਪਯੋਗੀ ਨਹੀਂ ਹੈ, ਉਹ ਖਾਓਗੇ ਤੇ ਮਿਹਦਾ ਖਰਾਬ ਹੋਵੇਗਾ। ਇਵੇਂ ਹੀ ਮਨ ਦਾ ਮਿਹਦਾ, ਜੋ ਤੁਹਾਨੂੰ ਉਪਯੋਗੀ ਨਹੀਂ ਹੈ, ਉਹ ਤੁਸੀਂ ਖਾਓਗੇ, ਭਾਵ ਕਿ ਵਿਚਾਰ ਕਰੋਗੇ, ਸੋਚੋਗੇ, ਤੇ ਮਨ ਦਾ ਮਿਹਦਾ ਖਰਾਬ ਹੋਵੇਗਾ। ਤੇ ਹੋ ਹੀ ਰਿਹਾ ਹੈ, ਤੇ ਹੋਇਆ ਹੀ ਹੈ। ਫਿਰ ਖਿਆਲ ਵਿੱਚ ਰੱਖਿਓ, ਸਰੀਰਕ ਮਿਹਦਾ ਤੇ ਕਿਸੇ ਕਿਸੇ ਦਾ ਖਰਾਬ ਹੁੰਦਾ ਹੈ, ਮਾਨਸਿਕ ਮਿਹਦੇ ਤੇ ਸਾਰਿਆਂ ਦੇ ਹੀ ਖਰਾਬ ਪਏ ਹੋਏ। ਕਿੰਨਾ ਕੁਝ ਬੰਦਾ ਖਾਈ ਤੁਰਿਆ ਜਾਂਦਾ ਹੈ, ਫਿਰ ਉਹ ਮਿਹਦਾ ਖਰਾਬ ਹੋ ਗਿਆ ਤੁਹਾਡਾ। ਕੁਛ ਤੇ ਅਕਲ ਕਰੋ ਤੁਸੀਂ। ਫਿਰ ਜਦੋਂ ਬਿਲਕੁਲ ਜਾਂਦਾ ਲੱਗਦਾ ਹੈ ਨਾ, ਕਈਆਂ ਦਾ ਮਿਹਦਾ ਕੰਮ ਹੀ ਨਹੀਂ ਕਰਦਾ ਹੈ, ਫਿਰ ਜਾਂਦੇ ਹਨ ਵੈਦ ਕੋਲ। ਹੁਣ ਵੈਦ ਵੀ ਵਿਚਾਰਾ ਕੀ ਕਰੇ? ਉਹ ਕਹਿੰਦਾ ਪਹਿਲਾਂ ਆ ਜਾਂਦੇ ਤੁਸੀਂ ਤੇ ਤੁਹਾਡਾ ਛੇਤੀ ਇਲਾਜ ਹੋਣਾ ਸੀ। ਹੁਣ ਤੁਸੀਂ ਜ਼ਿਆਦਾ ਹੀ ਖਰਾਬ ਕਰਕੇ ਆ ਗਏ, ਕੰਮ ਹੀ ਨਹੀਂ ਕਰ ਰਿਹਾ ਹੈ, ਥੋੜੇ ਇਲਾਜ ਹੋਣਾ ਤੇ ਬੜਾ ਮੁਸ਼ਕਲ ਹੈ। ਇੱਦਾਂ ਹੀ ਮਨ ਦਾ ਮਿਹਦਾ ਹੈ, ਜਿਹੜਾ ਜ਼ਿਆਦਾ ਹੀ ਖਰਾਬ ਕਰ ਲੈਂਦਾ ਹੈ, ਵਿਚਾਰਧਾਰਾ ਜ਼ਿਆਦਾ ਚਲਾਉਂਦਾ ਹੈ ਅੰਦਰ। ਫਿਰ ਜਿਵੇਂ ਜਿਵੇਂ ਜੀਵਨ ਬੀਤਦਾ ਹੈ ਨਾ, ਸੰਸਾਰ ਦੇ ਵਿੱਚ ਤੁਸੀਂ ਚੱਲ ਰਹੇ ਹੋ, ਮਨ ਕਰਕੇ ਸੋਚ ਰਹੇ ਹੋ, ਓਨਾ ਹੀ ਇਹ ਮਨ ਦਾ ਮਿਹਦਾ ਖਰਾਬ ਹੁੰਦਾ ਹੈ। ਇਸੇ ਕਾਰਨ ਜਿਹੜੇ ਛੋਟੀ ਉਮਰ 'ਚ ਲੱਗ ਜਾਂਦੇ ਹਨ, ਸੱਤ ਵੱਲ, ਪਰਮਾਤਮਾ ਵੱਲ, ਉਹ ਛੇਤੀ ਉਪਲਬਧ ਹੋ ਜਾਂਦੇ ਆ। ਜਵਾਨੀ 'ਚ ਵੀ ਬਹੁਤ ਸੰਭਾਵਨਾ ਜ਼ਿਆਦਾ ਹੁੰਦੀ ਹੈ। ਤਦੇ ਕਿਹਾ ਹੈ ਨਾ, ਭਵ ਸਾਗਰ ਕੋ ਤਰਨ ਅਵਸਥਾ ਹੈ ਜਵਾਨੀ ਦੀ। ਬੁੱਢੇ ਕੋ ਤਾਂ ਫਿਰ ਕਿੱਥੇ ਤਰ ਹੋਣਾ ਹੈ, ਸ਼ਕਤੀ ਤਾਕਤ ਨਹੀਂ ਨਾ ਰਹਿੰਦੀ। ਫਿਰ ਵਿਚਾਰਾਂ ਦੇ ਨਾਲ ਮਨ ਭਰ ਜਾਂਦਾ ਹੈ, ਰੋਗੀ ਜ਼ਿਆਦਾ ਹੋ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ। ਹੁਣ ਜ਼ਿਆਦਾ ਹੀ ਬਿਮਾਰ ਹੋਇਆ ਹੋਵੇ ਕੋਈ, ਮਿਹਦਾ ਜ਼ਿਆਦਾ ਹੀ ਖਰਾਬ ਹੋ ਜਾਵੇ, ਤੇ ਖਰਾਬ ਹੀ ਹੋ ਰਿਹਾ ਹੈ। ਜਿੰਨਾ ਤੁਸੀਂ ਸੰਸਾਰ ਪ੍ਰਤੀ ਸੋਚ ਰਹੇ ਹੋ, ਮਨ ਦਾ ਮਿਹਦਾ ਖਰਾਬ ਹੋ ਰਿਹਾ ਹੈ। ਜਿੰਨਾ ਜ਼ਿਆਦਾ ਸੋਚੋਗੇ ਤਾਂ ਓਨਾ ਹੀ ਇਹਦਾ ਮਿਹਦਾ ਖਰਾਬ ਹੁੰਦਾ ਜਾਵੇਗਾ। ਤੇ ਫਿਰ ਇਹਨੂੰ ਭੁੱਖ ਕਿਵੇਂ ਲੱਗੇਗੀ? ਜਿਵੇਂ ਸਰੀਰ ਨੂੰ ਭੁੱਖ ਨਹੀਂ ਲੱਗਦੀ ਹੈ, ਮਿਹਦਾ ਖਰਾਬ ਹੋ ਜਾਵੇ, ਭੁੱਖ ਮਹਿਸੂਸ ਨਹੀਂ ਹੁੰਦੀ ਹੈ ਤੁਹਾਨੂੰ, ਇਉਂ ਕਹਿ ਲਓ। ਇੱਦਾਂ ਹੀ ਮਨ ਦਾ ਮਿਹਦਾ ਖਰਾਬ ਹੋ ਜਾਵੇ, ਫਿਰ ਤੁਹਾਨੂੰ ਪਿਆਸ ਨਹੀਂ ਲੱਗਦੀ ਹੈ, ਭੁੱਖ ਨਹੀਂ ਲੱਗਦੀ। ਤੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ। ਤੇ ਅੰਮ੍ਰਿਤ ਤੇ ਉਹ ਹੀ ਖਾਣਗੇ ਨਾ ਜਿਨ੍ਹਾਂ ਨੂੰ ਪਿਆਸ ਹੋਵੇਗੀ। ਤੇ ਮਿਹਦਾ ਜਿਨ੍ਹਾਂ ਦਾ ਖਰਾਬ ਹੈ, ਉਹਨਾਂ ਨੂੰ ਪਿਆਸ ਲੱਗੂਗੀ ਕਿਵੇਂ? ਇਸੇ ਕਾਰਨ ਕਿਹਾ ਜਾਂਦਾ ਹੈ ਨਾ ਵੀ ਪਹਿਲਾਂ ਅਰਲ ਗਰਲ ਖਾਣੋ, ਪਹਿਲਾਂ ਬਾਹਰੋਂ ਹਟੋ। ਫਿਰ ਬਾਹਰਲੇ ਧਾਰਮਿਕ ਤੇ ਸਰੀਰ ਨੂੰ ਆਰੋਗ ਰੱਖਣ ਵਾਸਤੇ ਜ਼ਿਆਦਾ ਕਹਿੰਦੇ ਹਨ, ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਨਹੀਂ ਖਾਣਾ। ਤੇ ਜਿਹੜੇ ਅੰਦਰਲੇ ਹਨ ਨਾ,
ਉਹ ਅੰਦਰ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਵੀ ਮਨ ਕਰਕੇ ਕੁਛ ਨਹੀਂ ਖਾਣਾ ਹੈ। ਦਰਅਸਲ ਜਿਹੜੇ ਵਰਤ ਜਾਂ ਉਪਵਾਸ ਰੱਖੇ ਜਾਂਦੇ ਹਨ ਨਾ, ਤੇ ਜਿਨ੍ਹਾਂ ਨੇ ਸ਼ੁਰੂ ਕੀਤੇ ਸੀ ਉਹਨਾਂ ਨੇ ਸਰੀਰ ਦੇ ਤਲ 'ਤੇ ਸ਼ੁਰੂ ਨਹੀਂ ਸੀ ਕੀਤੇ, ਉਹਨਾਂ ਨੇ ਮਨ ਦੇ ਤਲ 'ਤੇ ਸ਼ੁਰੂ ਕੀਤੇ ਸੀ। ਵੀ ਇੱਕ ਦਿਨ ਵਰਤ ਰੱਖੋ, ਕੁਛ ਵੀ ਨਾ ਸੋਚੋ ਸੰਸਾਰ ਪ੍ਰਤੀ, ਥੋੜ੍ਹਾ ਜਿਹਾ ਇਹਦਾ ਮਿਹਦਾ ਠੀਕ ਹੋਵੇ। ਉਪਵਾਸ ਰੱਖੋ। ਉਪਵਾਸ ਦਾ ਅਰਥ ਵੀ ਇਹੋ ਹੀ ਹੈ। ਉਪਵਾਸ, ਆਪਣੇ ਕੋਲ ਵਾਸ ਕਰੋ ਇੱਕ ਦਿਨ ਵਾਸਤੇ। ਇਹਦੇ ਵਿੱਚ ਹੁਣ ਭੁੱਖੇ ਰਹਿਣ ਵਾਸਤੇ ਤਾਂ ਕਿਹਾ ਹੀ ਨਹੀਂ, ਉਪਵਾਸ ਕਿਹਾ ਹੈ। ਦਰਅਸਲ ਜਿਹੜਾ ਭੁੱਖਾ ਰਹਿੰਦਾ ਹੈ ਉਹਦਾ ਵਾਸਤੇ ਭੋਜਨ ਕੋਲ ਹੁੰਦਾ ਹੈ, ਉਹ ਭੋਜਨ ਬਾਰੇ ਸੋਚਦਾ ਰਹਿੰਦਾ, ਉਹ ਤਾਂ ਉਲਟਾ ਕੰਮ ਕਰ ਰਿਹਾ ਹੈ। ਅਤੇ ਇੱਥੇ ਉਪਵਾਸ ਕਿਹਾ ਹੈ ਵੀ ਬਾਹਰੋਂ ਧਿਆਨ ਹਟਾਓ, ਬਾਹਰ ਦਾ ਵਰਤ, ਮਨ ਦਾ ਵਰਤ, ਕੁਛ ਨਾ ਸੋਚੋ ਬਾਹਰ ਦਾ। ਅਤੇ ਇੱਕ ਦਿਨ ਵਰਤ ਰੱਖੋ, ਥੋੜ੍ਹਾ ਜਿਹਾ ਮਿਹਦਾ ਇਹਦਾ ਠੀਕ ਹੋਵੇ। ਇਹਦਾ ਵੀ ਮਿਹਦਾ ਠੀਕ ਕਰਨਾ ਹੀ ਹੈ ਨਾ, ਅਤੇ ਹੌਲੀ ਹੌਲੀ ਕਰੋ, ਇੱਕਦਮ ਨਹੀਂ ਹੁੰਦਾ। ਵਿੱਚ ਵਿੱਚ ਵਰਤ ਰੱਖੋ, ਫਿਰ ਵਰਤ ਵਧਾਉਂਦੇ ਜਾਓ। ਅਤੇ ਮੈਂ ਇਹਨਾਂ ਨੂੰ ਵਰਤ ਕਹਿੰਦਾ ਹਾਂ, ਅਤੇ ਮੈਂ ਕਹਿੰਦਾ ਹਾਂ ਸਾਰੇ ਹੀ ਵਰਤ ਰੱਖੋ, ਉਪਵਾਸ ਕਰੋ। ਹੁਣ ਸਰੀਰ ਦੀ ਗੱਲ ਛੱਡੋ, ਤੁਸੀਂ ਮਨ ਦੇ ਵਰਤ ਰੱਖੋ। ਮਨ ਦਾ ਤੁਹਾਡਾ ਮਿਹਦਾ ਖਰਾਬ ਹੋ ਗਿਆ, ਬਹੁਤ ਖਰਾਬ ਹੋ ਗਿਆ। ਸੋਚੋ ਨਾ ਜ਼ਿਆਦਾ ਵਿਚਾਰੋ ਨਾ। ਫਿਰ ਦੂਸਰੀ ਗੱਲ ਇੱਕ ਹੋਰ ਖਿਆਲ ਵਿੱਚ ਰੱਖਣ ਯੋਗ ਹੈ, ਬਹੁਤ ਜ਼ਰੂਰੀ। ਇੱਕ ਤਾਂ ਕੁਝ ਹਨ ਜਿਹੜੇ ਸੰਸਾਰ ਪ੍ਰਤੀ ਸੋਚ ਰਹੇ ਹਨ, ਆਪਣੀ ਲਾਈਫ ਪ੍ਰਤੀ ਸੋਚ ਰਹੇ ਹਨ, ਭਵਿੱਖ ਦਾ ਸੋਚ ਰਹੇ ਹਨ, ਕੀ ਬਣੂਗਾ, ਕਿਵੇਂ ਹੋਊਗਾ, ਕੋਈ ਬੱਚਿਆਂ ਬਾਰੇ, ਕੋਈ ਪਰਿਵਾਰ ਬਾਰੇ। ਲਹਿਦਾ ਸੋਚਾਂ ਹਨ, ਬਹੁਤ ਪੱਖੀ ਸੋਚਾਂ ਹਨ ਮਨ ਦੇ ਵਿੱਚ। ਮਨ ਚੱਲ ਰਿਹਾ ਹੈ, ਸੋਚ ਰਿਹਾ ਹੈ, ਅਤੇ ਕਈ ਵਿਸ਼ੇ ਵਾਸ਼ਨਾ ਵਿਕਾਰਾਂ ਦੀਆਂ ਗੱਲਾਂ ਸੋਚ ਰਹੇ ਹਨ, ਤਾਂ ਉਹਨਾਂ ਦਾ ਮਿਹਦਾ ਜ਼ਿਆਦਾ ਖਰਾਬ ਹੋ ਜਾਂਦਾ ਹੈ। ਕੋਈ ਨੈਗੇਟਿਵ ਸੋਚ ਰਿਹਾ ਹੈ, ਕਿਸੇ ਦਾ ਬੁਰਾ ਸੋਚ ਰਿਹਾ ਹੈ, ਉਹਦਾ ਹੋਰ ਵੀ ਖਰਾਬ ਹੋ ਜਾਂਦਾ ਜ਼ਿਆਦਾ। ਇਸੇ ਕਰਕੇ ਨਿੰਦਾ ਭਲੀ ਕਿਸੇ ਕੀ ਨਾ ਹੀ ਕਿਹਾ, ਜ਼ਿਆਦਾ ਖਰਾਬ ਹੋ ਜੂ। ਅਤੇ ਕਈ ਜ਼ਿਆਦਾ ਹੀ ਖਰਾਬ ਕਰ ਰਹੇ ਹਨ। ਜ਼ਿਆਦਾਤਰ ਧਾਰਮਿਕ ਲੋਕ ਜਿਹੜੇ ਬਾਹਰੋਂ ਹਨ, ਉਹਨਾਂ ਦਾ ਮਾਨਸਿਕ ਮਿਹਦਾ ਜ਼ਿਆਦਾ ਖਰਾਬ ਹੁੰਦਾ ਹੈ, ਕਿਉਂਕਿ ਉਹ ਸੋਚਦੇ ਜ਼ਿਆਦਾ ਹਨ, ਕਰਦੇ ਤਾਂ ਹੈ ਨਹੀਂ। ਸਮਾਜ ਤੋਂ ਡਰਦੇ ਹਨ, ਧਾਰਮਿਕ ਲੋਕਾਂ ਤੋਂ ਡਰਦੇ ਹਨ। ਕਰਨ ਨੂੰ ਮਨਾ ਕੀਤਾ ਹੈ ਵੀ ਆਹ ਨਹੀਂ ਕਰਨਾ, ਜੇ ਨਹੀਂ ਕਰਨਾ, ਉਹ ਨਹੀਂ ਕਰਨਾ, ਪਰ ਅੰਦਰੋਂ ਮਨ ਚਾਹੁੰਦਾ ਹੈ ਕੁਛ ਕਰਨਾ, ਤਾਂ ਉਹਨਾਂ ਦੇ ਅੰਦਰ ਵਾਸ਼ਨਾ ਪੈਦਾ ਹੁੰਦੀ ਹੈ, ਤਾਂ ਮਨ ਵਿਕਾਰੀ ਹੋ ਰਿਹਾ ਹੈ, ਵਾਸ਼ਨਾਗ੍ਰਸਤ ਹੋ ਰਿਹਾ ਹੈ, ਮਿਹਦਾ ਖਰਾਬ ਹੋ ਰਿਹਾ। ਅਤੇ ਧਾਰਮਿਕ ਲੋਕ ਜ਼ਿਆਦਾ ਵਿਚਾਰਾਂ ਦੇ ਤਲ 'ਤੇ ਵਿਕਸ਼ਿਪਤ ਹੁੰਦੇ ਹਨ। ਫਿਰ ਕਈਆਂ ਧਾਰਮਿਕ ਵਿਚਾਰ ਵੀ ਕਰਦੇ ਹਨ, ਉਹ ਆਪਣੇ ਆਪ ਨੂੰ ਠੀਕ ਸਮਝਦੇ ਹਨ, ਸਤਿਪੁਰਖਾਂ ਦੇ ਉਪਦੇਸ਼ਾਂ ਦੀ ਵਿਚਾਰ ਕਰਦੇ ਰਹਿੰਦੇ, ਹੋਰ ਪਤਾ ਨਹੀਂ ਕੀ ਵਿਚਾਰ ਕਰਦੇ ਰਹਿੰਦੇ। ਉਹ ਵੀ ਵਿਚਾਰਧਾਰਾ 'ਚ ਹੀ ਉਲਝੇ ਹੋਏ ਹਨ, ਅਤੇ ਕਈ ਵਾਰ ਉਹਨਾਂ ਦਾ ਮਿਹਦਾ ਜ਼ਿਆਦਾ ਹੀ ਖਰਾਬ ਹੁੰਦਾ ਹੈ। ਇੰਨਾ ਜ਼ਿਆਦਾ ਵਿਚਾਰਾਂ ਨਾਲ ਭਰ ਜਾਂਦੇ ਆ, ਭੁੱਖ ਲੱਗਦੀ ਨਹੀਂ। ਦਰਅਸਲ ਜ਼ਿਆਦਾਤਰ ਵਿਚਾਰਕ ਜਿਹੜੇ ਹਨ ਨਾ, ਫਿਲਾਸਫਰ ਕਹਿ ਲਓ, ਪੰਡਿਤ, ਗਿਆਨੀ, ਇਹਨਾਂ ਨੂੰ ਜਮੀ ਭੁੱਖ ਨਹੀਂ ਲੱਗਦੀ ਨਹੀਂ ਹੈ। ਮਿਹਦਾ ਜ਼ਿਆਦਾ ਹੀ ਖਰਾਬ ਹੋ ਜਾਂਦਾ। ਫਿਰ ਅਗਰ ਭੁੱਖ ਲੱਗਦੀ ਵੀ ਹੈ ਕਿਸੇ ਨੂੰ, ਜਿਵੇਂ ਇਹ ਪਹਿਲੀ ਰਿਕਾਰਡਿੰਗ ਦੇ ਵਿੱਚ ਮਨ ਦੀ ਸਥਿਤੀ ਹੈ, ਉਹ ਭੁੱਖ ਦੀ ਹੈ, ਤੜਫ ਅੰਦਰੋਂ, ਪਿਆਸ। ਉਹਨੇ ਹੀ ਪੁਕਾਰਿਆ ਹੈ, ਕਿਤੇ ਪਰਮਾਤਮਾ ਨੇ ਕੁਝ ਨਹੀਂ ਕਿਹਾ ਹੈ, ਤੁਹਾਡੀ ਪਿਆਸ ਹੀ ਅੰਦਰੋਂ ਪੁਕਾਰਦੀ ਹੈ। ਉਹ ਮਿਲਣਾ ਚਾਹੁੰਦੀ, ਤੜਫਦੀ, ਜਨਮਾਂ ਜਨਮਾਂਤਰਾਂ ਤੋਂ ਵਿਛੜੀ ਹੋਈ। ਉਹ ਕਹਿ ਰਹੀ ਹੈ ਵੀ ਚੱਲ ਹੁਣ। ਉਹ ਉਦੋਂ ਉੱਠੀ ਜਦੋਂ ਮਨ ਮੌਜੂਦ ਨਹੀਂ ਸੀ, ਅਤੇ ਜਦੋਂ ਮਨ ਮੌਜੂਦ ਹੋਇਆ, ਮਨ ਨੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ, ਤਾਂ ਉਹਦੀ ਫਿਰ ਭੁੱਖ ਜਿਹੜੀ ਹੈ ਨਾ, ਉਹ ਮਰ ਗਈ ਕਹਿ ਲਓ। ਕਿਉਂਕਿ ਵਿਚਾਰ ਆਏ ਅਤੇ ਭੁੱਖ ਮਰ ਗਈ। ਸੋਚਣ ਲੱਗ ਪਏ ਨਾ ਤੁਸੀਂ, ਤੁਹਾਡਾ ਮਨ ਆ ਗਿਆ, ਅਤੇ ਫਿਰ ਭੁੱਖ ਕਿੱਥੇ? ਭੁੱਖ ਮਨ ਨੂੰ ਥੋੜ੍ਹੀ ਲੱਗਣੀ, ਭੁੱਖ ਤੁਹਾਨੂੰ ਲੱਗਣੀ ਹੈ ਅੰਦਰੋਂ, ਤੋਂ ਲੱਗੀ ਹੋਈ ਹੈ।
ਫਿਰ ਮਨ ਚਾਹੁੰਦਾ ਹੈ ਬਾਹਰੋਂ ਬਾਹਰੋਂ ਤ੍ਰਿਪਤੀ ਹੋ ਜਾਵੇ, ਕੁਛ ਸਮਝਾ ਦੇਣ, ਕੁਛ ਬੁਝਾ ਦੇਣ ਤੇ ਬਾਹਰੋਂ ਹੀ ਸੰਤੁਸ਼ਟੀ ਹੋ ਜਾਵੇ। ਨਹੀਂ, ਇਸ ਮਨ ਦੀ ਬਾਹਰੋਂ ਸੰਤੁਸ਼ਟੀ ਨਹੀਂ ਹੋਣੀ, ਇਸ ਮਨ ਨੂੰ ਹੀ ਛੱਡਣਾ ਪੈਣਾ ਹੈ। ਤੇ ਮਨ ਛੁੱਟੇਗਾ ਉਦੋਂ ਜਦੋਂ ਪਿਆਸ ਪੂਰੀ ਹੋਵੇਗੀ, ਭੁੱਖ ਪੂਰੀ ਹੋਵੇਗੀ। ਤੇ ਭੁੱਖ ਉਦੋਂ ਪੂਰੀ ਲੱਗਦੀ ਹੈ ਮਨੁੱਖ ਨੂੰ ਜਦੋਂ ਉਹਦਾ ਮਿਹਦਾ ਬਿਲਕੁਲ ਤੰਦਰੁਸਤ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਇਵੇਂ ਹੀ ਜਦੋਂ ਤੁਹਾਡਾ ਮਨ ਦਾ ਮਿਹਦਾ ਬਿਲਕੁਲ ਤੰਦਰੁਸਤ ਹੋ ਗਿਆ ਵੀ ਤੁਸੀਂ ਕੁਛ ਵੀ ਬਾਹਰਲਾ ਅਰਲ ਗਲਤ ਨਾ ਖਾਧਾ, ਕੁਛ ਵੀ ਬਾਹਰਲਾ ਸੰਸਾਰਿਕ ਨਾ ਵਿਚਾਰਿਆ, ਚੰਗਾ ਮਾੜਾ ਹਾਂ ਜੋ ਵਿਚਾਰ ਰਿਹਾ ਹੈ ਇਹ ਵੀ ਨਾ ਵਿਚਾਰਿਆ। ਇਹ ਵੀ ਮਨ ਆਪਣੇ ਆਪ ਨੂੰ ਬਚਾਉਣ ਵਾਸਤੇ ਵਿਚਾਰਦਾ ਹੈ। ਅਤੇ ਹੌਲੀ ਹੌਲੀ ਬਾਹਰਲੀ ਵਿਚਾਰਧਾਰਾ ਘਟਦੀ ਗਈ, ਤੁਸੀਂ ਵਰਤ ਰੱਖਦੇ ਗਏ, ਉਪਵਾਸ ਕਰਦੇ ਗਏ, ਅਤੇ ਤੁਹਾਡਾ ਮਨ ਰੂਪੀ ਮਿਹਦਾ ਬਿਲਕੁਲ ਸਵਸਥ ਹੋ ਜਾਵੇਗਾ। ਫਿਰ ਬਹੁਤ ਜ਼ਿਆਦਾ ਭੁੱਖ ਲੱਗੇਗੀ, ਪਿਆਸ ਲੱਗੇਗੀ। ਅਤੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਜਿੰਨੀ ਜਿੰਨੀ ਪਿਆਸ ਵੱਧਦੀ ਜਾਏਗੀ ਓਨਾ ਹੀ ਅੰਮ੍ਰਿਤ ਮਿਲਦਾ ਜਾਵੇਗਾ। ਇਹ ਠੀਕ ਕਿਹਾ ਹੈ ਸਤਿਪੁਰਖਾਂ ਨੇ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਅਤੇ ਪ੍ਰੇਮ ਵੈਸੇ ਨਾਲ ਹੀ ਹੁੰਦਾ ਹੈ ਜੈਸੇ ਤੁਸੀਂ ਹੋਣਾ ਚਾਹੁੰਦੇ ਹੋ। ਤੁਸੀਂ ਪਿਆਸੇ ਹੋਣਾ ਚਾਹੁੰਦੇ ਹੋ ਅਤੇ ਪਿਆਸੇ ਮਨੁੱਖ ਨਾਲ ਪ੍ਰੇਮ ਹੋ ਜਾਵੇਗਾ ਨਾ ਆਪਣੇ ਆਪ ਹੀ। ਅਤੇ ਸੱਚ ਦੀ ਪਿਆਸ ਉਦੋਂ ਲੱਗੇਗੀ ਜਦੋਂ ਝੂਠ ਦਾ ਵਰਤ ਰੱਖ ਲਵੋਗੇ। ਅਤੇ ਸੋਚ ਵਿਚਾਰ ਹੀ ਝੂਠ ਦੀ ਹੈ। ਇਸ ਕਰਕੇ ਸੋਚੋ ਵਿਚਾਰੋ ਨਾ, ਸਹਿਜ ਸਮਰਪਿਤ ਹੋ ਜਾਓ।